ਸਤਿ ਸ਼੍ਰੀ ਅਕਾਲ ਬੱਚਿਓ, 6ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਪਾਠ ਨੰਬਰ 13, ਜਿਸ ਦਾ ਨਾਮ ਹੈ ਸਾਡਾ ਵਿਰਸਾ। ਸਾਡਾ ਵਿਰਸਾ ਜੋ ਕਿ ਇੱਕ ਕਵਿਤਾ ਹੈ ਔਰ ਇਹ ਕਵਿਤਾ ਲਿਖੀ ਹੈ ਅਵਤਾਰ ਸਿੰਘ ਸੰਧੂ ਨੇ। ਇਸ ਕਵਿਤਾ ਦੇ ਵਿੱਚ ਕਵੀ ਨੇ ਚਿੰਤਾ ਪ੍ਰਗਟ ਕੀਤੀ ਹੈ, ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਜੋ ਸਾਡੀਆਂ ਕਦਰਾਂ ਕੀਮਤਾਂ ਗੁਆਚ ਰਹੀਆਂ ਨੇ, ਸਾਡੇ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਗੁਆਚ ਰਹੀਆਂ ਨੇ। ਪਹਿਲੇ ਤਾਂ ਤੁਹਾਨੂੰ ਵਿਰਸਾ ਕਲੀਅਰ ਕਰਦਾ। ਵਿਰਸਾ ਕੀ ਹੁੰਦਾ ਹੈ? ਵਿਰਸਾ ਹੁੰਦਾ ਹੈ ਸਾਡੀ ਸੱਭਿਆਚਾਰ ਦੀ ਨਿਸ਼ਾਨੀ, ਜੋ ਸਾਡੀ ਸੱਭਿਅਤਾ ਦੀਆਂ ਨਿਸ਼ਾਨੀਆਂ ਨੇ, ਜੋ ਚੀਜ਼ਾਂ ਜਿਨ੍ਹਾਂ ਨਾਲ ਸਾਡੀ ਇੱਕ ਵੱਖਰੀ ਪਛਾਣ ਸੀ, ਉਹ ਚੀਜ਼ਾਂ ਜੋ ਨੇ ਉਹ ਗੁੰਮ ਹੁੰਦੀਆਂ ਜਾ ਰਹੀਆਂ ਨੇ, ਗੁਆਚਦੀਆਂ ਜਾ ਰਹੀਆਂ ਨੇ। ਉਸ ਬਾਰੇ ਕਵੀ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਅਤੇ ਨਵੇਂ ਯੁੱਗ ਦੇ ਆਉਣ ਨਾਲ ਪੁਰਾਣੇ ਤੌਰ ਤਰੀਕੇ ਜੋ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਨਾਲ ਹੀ ਕਵੀ ਆਖਦਾ ਹੈ ਕਿ ਸਾਡਾ ਵਿਰਸਾ ਜੋ ਹੈ ਉਹ ਬੜਾ ਅਮੀਰ ਹੈ, ਸਾਨੂੰ ਉਸ ਨੂੰ ਭੁੱਲਣਾ ਨਹੀਂ ਚਾਹੀਦਾ। ਅਤੇ ਜਿਹੜੇ ਅਸੀਂ ਪੱਛਮੀ ਢੰਗ ਅਪਣਾ ਰਹੇ ਹਾਂ, ਪੱਛਮ ਵਾਲੇ ਢੰਗ ਅਪਣਾ ਰਹੇ ਹਾਂ, ਉਹ ਸਾਡੀ ਸੱਭਿਅਤਾ 'ਤੇ ਕੀ ਹੋ ਜਾਣਗੇ? ਹਾਵੀ ਹੋ ਜਾਣਗੇ। ਅਤੇ ਆਓ ਅਸੀਂ ਅੱਜ ਕਵਿਤਾ ਪੜ੍ਹਦੇ ਹਾਂ, ਇਹਨੂੰ ਨਾਲ ਨਾਲ ਸਮਝਾਂਗੇ। ਇਸ ਕਵਿਤਾ ਦੇ ਵਿੱਚੋਂ ਪੇਪਰ ਦੇ ਵਿੱਚ ਇੱਕ ਕਾਵਿ ਟੁਕੜੀ ਆਉਂਦੀ ਹੈ। ਕਾਵਿ ਟੁਕੜੀ ਮਤਲਬ ਕਵਿਤਾ ਦਾ ਇੱਕ ਟੁਕੜਾ, ਇੱਕ ਪੈਰਾ, ਠੀਕ ਹੈ। ਉਸ ਦੇ ਵਿੱਚੋਂ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਨੇ। ਉਹ ਟੁਕੜਾ ਜੋ ਹੈ ਮੈਂ ਕੱਲ੍ਹ ਕਰਾਵਾਂਗੀ, ਤਾਂ ਕਿ ਤੁਸੀਂ ਇਹ ਤੁਹਾਨੂੰ ਮੈਂ ਇਸ ਲਈ ਦੱਸਿਆ ਹੈ ਤਾਂ ਜੋ ਤੁਸੀਂ ਕਵਿਤਾ ਦੀ ਵਿਆਖਿਆ ਜੋ ਹੈ ਧਿਆਨ ਨਾਲ ਸੁਣੋ, ਠੀਕ ਹੈ। ਅਤੇ ਨਾਲ ਹੀ ਮੈਂ ਬੁੱਕ ਪਾਰਟ ਵੀ ਅੱਜ ਕਰਾ ਦਾਂਗੀ, ਕੱਲ੍ਹ ਤੁਹਾਨੂੰ ਕਾਵਿ ਟੁਕੜੀ ਕਰਾਵਾਂਗੀ, ਠੀਕ ਹੈ। ਆਓ ਅਸੀਂ ਕਵਿਤਾ ਪੜ੍ਹਦੇ ਹਾਂ। ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ, ਪਿੰਡ ਵਾਲੀ ਛੱਪੜੀ ਤੇ ਪਿੱਪਲਾਂ ਦੀ ਛਾਂ ਏ, ਟੱਲੀਆਂ ਦੀ ਤਾਨ ਤੇ ਨਾਹਾਲੀ ਗੀਤ ਗਾਉਂਦੇ ਵੇ, ਹਲਟਾਂ ਦਾ ਪਿੰਡ ਵਿੱਚ ਗੂੰਜੇ ਨਾ ਸੰਗੀਤ ਵੇ, ਕਿੱਥੇ ਗਏ ਖੂਹ ਨਾ ਹੀ ਤੂਤਾਂ ਵਾਲੀ ਛਾਂ ਏ, ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ। ਤਾਂ ਇਸ ਦੇ ਵਿੱਚ ਬੀਬਾ ਜੋ ਹੈ, ਬੀਬਾ ਅਸੀਂ ਕਹਿੰਦੇ ਹਾਂ ਸਿਆਣੇ ਬੱਚੇ ਨੂੰ ਜਾਂ ਸਿਆਣੇ ਮਨੁੱਖ ਨੂੰ, ਠੀਕ ਹੈ। ਤਾਂ ਉਹ ਸਾਡੇ ਕੋਲੋਂ ਪੁੱਛਿਆ ਜਾ ਰਿਹਾ ਹੈ ਕਿ ਕਿੱਥੇ ਗਈ ਸਾਡੀ ਸੱਥ ਵਾਲੀ ਥਾਂ। ਸੱਥ ਵਾਲੀ ਥਾਂ, ਸੱਥ ਹੁੰਦੀ ਹੈ ਪਿੰਡ ਦੇ ਵਿੱਚ ਇੱਕ ਖੁੱਲ੍ਹੀ ਥਾਂ ਜੋ ਸਭ ਲਈ ਸਾਂਝੀ ਹੁੰਦੀ ਹੈ, ਉਹਨੂੰ ਅਸੀਂ ਸੱਥ ਕਹਿੰਦੇ ਹਾਂ। ਉਹ ਜਗ੍ਹਾ ਕਿੱਥੇ ਗਈ ਜਿੱਥੇ ਸਾਰੇ ਮਿਲ ਕੇ ਬਹਿੰਦੇ ਸੀ। ਪਿੰਡ ਵਾਲੀ ਛੱਪੜੀ ਅਤੇ ਪਿੱਪਲਾਂ ਦੀ ਛਾਂ, ਪਿੱਪਲ ਦੀ ਛਾਂ ਦੇ ਨੀਚੇ ਇਕੱਠੇ ਹੋ ਕੇ ਬਹਿੰਦੇ ਸੀ, ਜਾਂ ਪਿੰਡ ਦੇ ਛੱਪੜ ਥੱਲੇ ਬਹਿ ਕੇ ਗੱਲਾਂ ਮਾਰਦੇ ਸੀ, ਦੁੱਖ ਸੁੱਖ ਵੰਡਦੇ ਸੀ, ਉਹ ਕਿੱਥੇ ਚਲੇ ਗਏ ਨੇ। ਟੱਲੀਆਂ ਦੀ ਤਾਨ ਤੇ ਨਾਹਾਲੀ ਗੀਤ ਗਾਉਂਦੇ ਵੇ। ਟੱਲੀਆਂ ਦੀ ਤਾਨ ਜੋ ਬੈਲ ਦੇ ਗਲੇ ਦੇ ਵਿੱਚ ਟੱਲੀ ਪਾਈ ਹੁੰਦੀ ਹੈ, ਸ਼ਾਮ ਨੂੰ ਜਦੋਂ ਬੈਲ ਘਰ ਆਉਂਦੇ ਹੈ ਖੇਤ ਵਿੱਚੋਂ, ਤਾਂ ਉਹਨਾਂ ਦੇ ਗਲੇ ਦੇ ਵਿੱਚ ਟੱਲੀ ਦੀ ਆਵਾਜ਼ ਆਉਂਦੀ ਸੀ, ਉਹ ਵੀ ਹੁਣ ਸੁਣਾਈ ਨਹੀਂ ਦਿੰਦੀ। ਅਤੇ ਹਾਲੀ ਹਲ ਚਲਾਉਣ ਵਾਲੇ, ਉਹਨਾਂ ਦੇ ਵੀ ਗੀਤ ਹੁਣ ਨਹੀਂ ਸੁਣਾਈ ਦਿੰਦੇ। ਹਲਟਾਂ ਦਾ ਪਿੰਡ ਵਿੱਚ ਗੂੰਜੇ ਨਾ ਸੰਗੀਤ ਵੇ। ਹਲਟ ਹੁੰਦੇ ਹੈ ਖੂਹ ਵਿੱਚੋਂ ਪਾਣੀ ਕੱਢਣ ਲਈ ਜਿਹੜੇ ਵਰਤੇ ਜਾਂਦੇ ਹੈ। ਖੂਹ ਦੇ ਉੱਪਰ ਤੁਸੀਂ ਦੇਖਿਆ ਹੋਣਾ ਪਿਕਚਰਸ ਦੇ ਵਿੱਚ ਕਿ ਖੂਹ ਦੇ ਉੱਪਰ ਇੱਕ ਲੋਹੇ ਦਾ ਭਾਰੀ ਜਿਹਾ ਬਣਾਇਆ ਹੁੰਦਾ ਸਰਕਲ ਟਾਈਪ, ਜਿਸ ਦੇ ਉੱਪਰ ਰੱਸੀ ਨਾਲ ਬਾਲਟੀ ਨੂੰ ਖੂਹ ਦੇ ਵਿੱਚ ਪਾਇਆ ਜਾਂਦਾ ਹੈ, ਉਸਨੂੰ ਅਸੀਂ ਹਲਟ ਕਹਿੰਦੇ ਹਾਂ। ਹਲਟ ਨਾਲ ਬੰਨ੍ਹ ਕੇ ਅਸੀਂ ਬਾਲਟੀ ਨੂੰ ਜੋ ਹੈ ਖੂਹ ਦੇ ਵਿੱਚ ਪਾਉਂਦੇ ਹਾਂ ਅਤੇ ਪਾਣੀ ਕੱਢਦੇ ਹਾਂ। ਅਤੇ ਇਸ ਤਰ੍ਹਾਂ ਕਵੀ ਸਾਨੂੰ ਪੁੱਛ ਰਿਹਾ ਹੈ ਕਿ ਨਾ ਤਾਂ ਹੁਣ ਉਹ ਖੂਹ ਨੇ ਅਤੇ ਨਾ ਹੀ ਤੂਤਾਂ ਦੇ ਪੇੜ ਨੇ। ਸ਼ਹਿਤੂਤ ਨੂੰ ਤੂਤ ਕਿਹਾ ਗਿਆ, ਤੂਤਾਂ ਵਾਲੇ, ਨਾ ਤਾਂ ਛਾਂ ਹੈ ਹੁਣ ਤੂਤਾਂ ਦੇ ਪੇੜ ਦੀ, ਨਾ ਹੀ ਖੂਹ ਦਿਖਾਈ ਦਿੰਦੇ, ਅਤੇ ਨਾ ਹੀ ਹਲਟਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਨੈਕਸਟ ਪੈਰਾ। ਲੱਭਦੀਆਂ ਪੀੜੀਆਂ ਨਾ ਰੰਗਦਾਰ ਪੱਖੀਆਂ, ਪਲੰਗ ਨੁਮਾਰੀ ਕਿੱਥੇ ਤਰਸਣ ਅੱਖੀਆਂ, ਚਰਖੇ ਸੰਦੂਕ ਵਾਲੀ ਦੱਸੀ ਕਿਹੜੀ ਥਾਂ ਏ, ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ। ਤਾਂ ਇਸ ਪੈਰੇ ਦੇ ਵਿੱਚ ਕਵੀ ਜੋ ਹੈ ਉਹ ਸਾਨੂੰ ਪੁੱਛ ਰਿਹਾ, ਲੱਭਦੀਆਂ ਪੀੜੀਆਂ ਨਾ ਰੰਗਦਾਰ ਪੱਖੀਆਂ। ਪਹਿਲਾਂ ਹਵਾ ਚੱਲਣ ਲਈ ਪੱਖੀਆਂ ਬਣਾਈਆਂ ਜਾਂਦੀਆਂ ਸੀ, ਉੱਨ ਦੀਆਂ ਜਾਂ ਕੱਪੜੇ ਦੀ ਫਰੀਲ ਫਰੂਲ ਲਗਾ ਕੇ ਉਹਨਾਂ ਨੂੰ ਸੋਹਣਾ ਸੋਹਣਾ ਸਜਾਇਆ ਜਾਂਦਾ ਸੀ। ਹੁਣ ਉਹ ਹਵਾ ਚੱਲਣ ਵਾਲੀਆਂ ਨਾ ਤਾਂ ਪੱਖੀਆਂ ਦਿਖਾਈ ਦਿੰਦੀਆਂ ਨੇ ਅਤੇ ਨਾ ਹੀ ਪੀੜੀਆਂ। ਪੀੜੀ ਹੁੰਦੀ ਹੈ ਛੋਟੀ ਜਿਹੀ, ਜਿਵੇਂ ਅਸੀਂ ਚੌਂਕੀ ਯੂਜ਼ ਕਰਦੇ ਹਾਂ ਉਸ ਤਰ੍ਹਾਂ ਦੀ ਬੁਣੀ ਹੋਈ ਹੁੰਦੀ ਹੈ, ਉਹਨੂੰ ਅਸੀਂ ਪੀੜੀ ਕਹਿੰਦੇ ਹਾਂ। ਰੰਗਦਾਰ ਉਹ ਵੀ ਨਹੀਂ ਦਿਖਾਈ ਦਿੰਦੀਆਂ। ਪਲੰਗ ਨੁਆਰੀ ਕਿੱਥੇ ਤਰਸਣ ਅੱਖੀਆਂ, ਕਿ ਨੁਆਰ ਵਾਲੇ ਪਲੰਗ ਨੂੰ ਦੇਖਣ ਨੂੰ ਵੀ ਅੱਖੀਆਂ ਜੋ ਨੇ ਸਾਡੀਆਂ ਅੱਖਾਂ ਤਰਸ ਗਈਆਂ ਨੇ। ਨੁਆਰੀ ਪਲੰਗ ਜੋ ਬੁਣਿਆ ਹੋਇਆ ਹੁੰਦਾ। ਚਰਖੇ ਸੰਦੂਕ ਵਾਲੀ ਦੱਸੀ ਕਿਹੜੀ ਥਾਂ ਏ। ਨਾ ਤਾਂ ਉਹ ਕੋਈ ਥਾਂ ਘਰ ਦੇ ਵਿੱਚ ਨਜ਼ਰ ਆਉਂਦੀ ਹੈ ਜਿੱਥੇ ਚਰਖਾ ਡਾਇਆ ਹੋਵੇ ਜਾਂ ਸੰਦੂਕ ਰੱਖਿਆ ਹੋਵੇ, ਨਾ ਤਾਂ ਹੁਣ ਕੋਈ ਸੰਦੂਕਾਂ ਦੀ ਥਾਂ ਅਲਮਾਰੀਆਂ ਨੇ ਲੈ ਲਈ। ਅਤੇ ਚਰਖੇ ਹੁਣ ਕੋਈ ਨਹੀਂ, ਚਰਖੇ ਦੇ ਉੱਪਰ ਕੋਈ ਵੀ ਸੂਤ ਨਹੀਂ ਕੱਤਦਾ ਜਾਂ ਧਾਗਾ ਨਹੀਂ ਬਣਾਉਂਦਾ, ਕਿਉਂਕਿ ਸਭ ਕੁਝ ਹੀ ਰੈਡੀਮੇਡ ਮਿਲਣ ਲੱਗ ਗਿਆ ਹੈ। ਤਾਂ ਇਸ ਤਰ੍ਹਾਂ ਜੋ ਕਵੀ ਹੈ ਆਪਣੀ ਚਿੰਤਾ ਪ੍ਰਗਟ ਕਰ ਰਿਹਾ ਕਿ ਇਹ ਸਭ ਚੀਜ਼ਾਂ ਹੁਣ ਦਿਸਣੀਆਂ ਜੋ ਨੇ ਬੰਦ ਹੋ ਗਈਆਂ ਨੇ। ਭੁੱਲੇ ਕਿਉਂ ਪੰਜਾਬਣਾਂ ਨੂੰ ਆਪਣੇ ਹੀ ਰਾਗ ਨੇ, ਮਾਹੀਆ ਬੋਲੀ ਟੱਪੇ ਕਿੱਥੇ ਗੁੰਮ ਗਏ ਸੁਹਾਗ ਨੇ, ਵਿਹੜੇ ਵਿੱਚ ਰੌਣਕਾਂ ਨਾ ਵੱਡਿਆਂ ਦੀ ਛਾਂ ਏ, ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ।
ਇਸ ਪੈਰੇ ਦੇ ਵਿੱਚ ਕਵੀ ਪੁੱਛ ਰਿਹਾ ਹੈ, ਭੁੱਲੇ ਕਿਉਂ ਪੰਜਾਬਣਾਂ ਨੂੰ ਆਪਣੇ ਹੀ ਰਾਗ ਵੇ। ਹੁਣ ਦੀਆਂ ਪੰਜਾਬਣਾਂ ਜੋ ਨੇ ਆਪਣੇ ਹੀ ਗੀਤ ਭੁੱਲ ਗਏ ਨੇ। ਪਹਿਲਾਂ ਦੀਆਂ ਪੰਜਾਬਣਾਂ ਕੀ ਗਾਉਂਦੀਆਂ ਹੁੰਦੀਆਂ ਸੀ ਇਕੱਠੀਆਂ ਹੋ ਕੇ, ਮਾਈਆ, ਬੋਲੀ, ਟੱਪੇ ਅਤੇ ਸੁਹਾਗ। ਸੁਹਾਗ ਹੁੰਦੇ ਨੇ ਕੁੜੀ ਦੇ ਵਿਆਹ 'ਤੇ ਜਿਹੜੇ ਗੀਤ ਗਾਏ ਜਾਂਦੇ ਨੇ, ਉਹਨੂੰ ਸੁਹਾਗ ਕਹਿੰਦੇ ਆ। ਉਹ ਹੁਣ ਜੋ ਨੇ ਕੁੜੀਆਂ ਨਹੀਂ ਗਾਉਂਦੀਆਂ। ਵਿਹੜੇ ਵਿੱਚ ਰੌਣਕਾਂ ਨਾ ਵੱਡਿਆਂ ਦੀ ਛਾਂ ਏ। ਨਾ ਤਾਂ ਹੁਣ ਕਿਸੇ ਦੇ ਵਿਹੜੇ ਵਿੱਚ ਕੋਈ ਰੌਣਕ ਨਜ਼ਰ ਆਉਂਦੀ ਹੈ ਅਤੇ ਨਾ ਹੀ ਵੱਡੇ ਵਡੇਰੇ ਬਜ਼ੁਰਗ ਨਜ਼ਰ ਆਉਂਦੇ ਨੇ, ਉਹਨਾਂ ਦੀ ਛਾਂ ਨਹੀਂ ਨਜ਼ਰ ਆਉਂਦੀ, ਵੱਡਿਆਂ ਦਾ ਆਸਰਾ ਨਹੀਂ ਨਜ਼ਰ ਆਉਂਦਾ। ਨੈਕਸਟ ਪੈਰਾ, ਵਿਰਸਾ ਅਮੀਰ ਸਾਡਾ ਹੱਥੀਂ ਤੀਲੀ ਲਾਵੋ ਨਾ, ਸ਼ਹਿਦ ਨਾਲੋਂ ਮਿੱਠੀ ਬੋਲੀ ਇਹਨੂੰ ਭੁੱਲੀ ਜਾਵੋ ਨਾ, ਮਤਰੇਈ ਅੱਤ ਚੁੱਕੀ ਅੱਜ ਦੁਖੀ ਸਾਡੀ ਮਾਂ ਏ, ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ। ਇਸ ਪੈਰੇ ਦੇ ਵਿੱਚ ਕਵੀ ਪੁੱਛ ਰਿਹਾ ਹੈ, ਵਿਰਸਾ ਅਮੀਰ ਸਾਡਾ, ਸਾਡੀ ਜੋ ਵਿਰਾਸਤ ਸੀ, ਸਾਡਾ ਜੋ ਸੱਭਿਆਚਾਰ ਸੀ ਉਹ ਬੜਾ ਅਮੀਰ ਸੀ, ਮਤਲਬ ਸਭ ਦੀ ਕਦਰ ਕੀਤੀ ਜਾਂਦੀ ਸੀ। ਹੁਣ ਉਸ ਨੂੰ ਅਸੀਂ ਤੀਲੀ ਨਾ ਲਗਾਈਏ, ਉਸ ਨੂੰ ਅਸੀਂ ਭੁੱਲੀਏ ਨਾ, ਅਤੇ ਜਿਹੜੀ ਸਾਡੀ ਸ਼ਹਿਦ ਨਾਲੋਂ ਮਿੱਠੀ ਬੋਲੀ ਹੈ ਯਾਨੀ ਪੰਜਾਬੀ ਬੋਲੀ, ਉਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਮਤਰੇਈ ਅੱਤ ਚੁੱਕੀ ਅੱਜ, ਮਤਰੇਈ ਦਾ ਮਤਲਬ ਹੈ ਅੰਗਰੇਜ਼ੀ ਬੋਲੀ। ਮਤਰੇਈ ਦਾ ਮਤਲਬ ਹੈ ਅੰਗਰੇਜ਼ੀ ਭਾਸ਼ਾ, ਜਿਹਨੂੰ ਅਸੀਂ ਮਤਰੇਈ ਦੱਸਿਆ ਗਿਆ ਇੱਥੇ ਕਿਉਂਕਿ ਸਾਡੀ ਆਪਣੀ ਜੋ ਬੋਲੀ ਹੈ ਉਹ ਹੈ ਪੰਜਾਬੀ ਬੋਲੀ, ਜਿਹਨੂੰ ਅਸੀਂ ਮਾਂ ਬੋਲੀ ਵੀ ਕਹਿੰਦੇ ਹਾਂ। ਇਸ ਕਰਕੇ ਕਵੀ ਕਹਿੰਦਾ ਹੈ ਕਿ ਅੰਗਰੇਜ਼ੀ ਭਾਸ਼ਾ ਇੰਨੀ ਹਾਵੀ ਹੋਈ ਜਾ ਰਹੀ ਹੈ ਕਿ ਸਾਡੀ ਮਾਂ ਜੋ ਹੈ, ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ, ਉਹ ਦੁਖੀ ਹੁੰਦੀ ਜਾ ਰਹੀ ਹੈ ਕਿਉਂਕਿ ਉਸ ਨੂੰ ਕੋਈ ਨਹੀਂ ਪੁੱਛਦਾ। ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਹੈ। ਐਂਡ ਵਿੱਚ ਫਿਰ ਕਵੀ ਪੁੱਛਦਾ ਹੈ ਕਿ ਬੀਬਾ ਸਾਨੂੰ ਦੱਸੋ ਕਿ ਸਾਡੀ ਉਹ ਸੱਥ ਵਾਲੀ ਥਾਂ ਕਿੱਥੇ ਚਲੀ ਗਈ ਹੈ। ਇਸ ਤਰ੍ਹਾਂ ਅਵਤਾਰ ਸਿੰਘ ਸੰਧੂ ਨੇ ਬੜੀ ਹੀ ਸੋਹਣੀ ਕਵਿਤਾ ਲਿਖੀ ਹੈ। ਆਈ ਹੋਪ ਤੁਹਾਨੂੰ ਕਵਿਤਾ ਸਮਝ ਆ ਗਈ ਹੋਏਗੀ ਅਤੇ ਕੱਲ੍ਹ ਅਸੀਂ ਇਸ ਦਾ ਇੱਕ ਸਟੈਂਜਾ ਕਰਾਂਗੇ। ਵਰਡਸ ਮੀਨਿੰਗ ਨੂੰ ਤੁਸੀਂ ਇੱਕ ਵਾਰੀ ਪੜ੍ਹ ਲੈਣਾ ਅਤੇ ਹੁਣ ਅਸੀਂ ਕਰਦੇ ਹਾਂ ਅਭਿਆਸ ਦਾ ਕੰਮ। ਇਹਨੂੰ ਵੀ ਆਪਣੀ ਬੁੱਕ ਦੇ ਉੱਪਰ ਹੀ ਨਾਲ ਕਰ ਲੈਣਾ, ਕਾਪੀ ਦੇ ਵੀ ਸਿਰਫ ਤੁਸੀਂ ਇੱਕ ਸਟੈਂਜਾ ਕਰਨਾ ਹੈ ਜੋ ਮੈਂ ਕੱਲ੍ਹ ਕਰਾਵਾਂਗੀ। ਮੌਖਿਕ ਪ੍ਰਸ਼ਨਾਂ ਦੇ ਵਿੱਚ ਪਹਿਲਾ ਪ੍ਰਸ਼ਨ ਹੈ, ਇਸ ਕਵਿਤਾ ਵਿੱਚ ਕਿਹੜੇ ਵਿਰਸੇ ਦੀ ਗੱਲ ਕੀਤੀ ਗਈ ਹੈ? ਤਾਂ ਪੰਜਾਬੀ ਵਿਰਸੇ ਦੀ। ਇਸ ਕਵਿਤਾ ਵਿੱਚ ਕਿਹੜੇ ਕਿਹੜੇ ਲੋਕ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ? ਬੋਲੀ, ਟੱਪੇ ਅਤੇ ਮਾਈਆ। ਸੁਹਾਗ ਵੀ ਹੈ ਵੈਸੇ ਤਾਂ। ਇਸ ਕਵਿਤਾ ਵਿੱਚ ਮਤਰੇਈ ਕਿਸ ਨੂੰ ਕਿਹਾ ਗਿਆ ਹੈ? ਅੰਗਰੇਜ਼ੀ ਭਾਸ਼ਾ ਨੂੰ। ਨੈਕਸਟ ਲਿਖਤੀ ਪ੍ਰਸ਼ਨ ਹਨ, ਕਵੀ ਸਾਨੂੰ ਵਿਰਸੇ ਦੀਆਂ ਕਿਹੜੀਆਂ ਚੀਜ਼ਾਂ ਬਾਰੇ ਪੁੱਛਦਾ ਹੈ? ਕਿਹੜੀ ਕਿਹੜੀ ਚੀਜ਼ ਬਾਰੇ ਉਸਨੇ ਚਿੰਤਾ ਪ੍ਰਗਟ ਕੀਤੀ ਹੈ? ਸੱਥ, ਟੱਲੀਆਂ ਦੀ ਤਾਣ, ਹਾਲੀ, ਪੀੜੀਆਂ, ਪਲੰਗ, ਚਰਖੇ ਆਦਿ। ਠੀਕ ਹੈ। ਨੈਕਸਟ ਹੈ, ਔਰਤਾਂ ਘਰਾਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸ਼ਿੰਗਾਰ ਕੇ ਰੱਖਦੀਆਂ ਸੀ, ਸਜਾ ਕੇ? ਪੀੜੀਆਂ ਨੂੰ, ਪੱਖੀਆਂ ਨੂੰ, ਪਲੰਗ ਅਤੇ ਸੰਦੂਕ। ਨੈਕਸਟ ਕੁਐਸਚਨ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸ਼ਿੰਗਾਰ ਕੇ ਰੱਖਦੀਆਂ ਸੀ? ਪੀੜੀਆਂ, ਪੱਖੀਆਂ, ਪਲੰਗ ਅਤੇ ਸੰਦੂਕ। ਨੈਕਸਟ ਹੈ, ਪੰਜਾਬਣਾਂ ਨੂੰ ਆਪਣੇ ਕਿਹੜੇ ਕਿਹੜੇ ਗੀਤ ਭੁੱਲ ਚੁੱਕੇ ਹਨ? ਟੱਪੇ, ਸੁਹਾਗ, ਬੋਲੀਆਂ, ਮਾਈਆ ਆਦਿ। ਨੈਕਸਟ ਹੈ, ਸਾਡੀ ਸ਼ਹਿਦ ਨਾਲੋਂ ਵੀ ਮਿੱਠੀ ਬੋਲੀ ਕਿਹੜੀ ਹੈ ਅਤੇ ਕਿਹੜੀ ਮਤਰੇਈ ਤੋਂ ਸਾਡੀ ਮਾਂ ਦੁਖੀ ਹੈ? ਤਾਂ ਸਾਡੀ ਸ਼ਹਿਦ ਨਾਲੋਂ ਮਿੱਠੀ ਬੋਲੀ ਹੈ ਪੰਜਾਬੀ ਬੋਲੀ, ਔਰ ਮਤਰੇਈ ਮਾਂ ਹੈ ਸਾਡੀ ਅੰਗਰੇਜ਼ੀ ਭਾਸ਼ਾ, ਜੋ ਕਿ ਪੰਜਾਬੀ ਬੋਲੀ ਜੋ ਹੈ ਉਹ ਅੰਗਰੇਜ਼ੀ ਤੋਂ ਦੁਖੀ ਹੈ। ਪਿੰਡ ਦੀ ਸੱਥ ਵਿੱਚ ਕੀ ਹੁੰਦਾ ਸੀ? ਲੋਕ ਇਕੱਠੇ ਹੋ ਕੇ ਬੈਠਦੇ ਸਨ ਅਤੇ ਆਪਣਾ ਹਾਲ ਚਾਲ ਵੰਡਦੇ ਸਨ। ਹੇਠ ਲਿਖੇ ਵਾਕਾਂ ਦੇ ਅਰਥ ਲਿਖੋ। ਵਿਹੜੇ ਵਿੱਚ ਰੌਣਕਾਂ ਨਾ ਵੱਡਿਆਂ ਦੀ ਛਾਂ ਏ, ਇਹਦਾ ਮਤਲਬ ਲਿਖਣਾ ਹੈ ਹੁਣ ਦੇ ਵਿਹੜੇ ਵਿੱਚ ਨਾ ਤਾਂ ਖੁਸ਼ੀਆਂ ਦਿਖਾਈ ਦਿੰਦੀਆਂ ਨੇ ਅਤੇ ਨਾ ਹੀ ਬਜ਼ੁਰਗ। ਮਤਰੇਈ ਅੱਤ ਚੁੱਕੀ ਅੱਜ ਦੁਖੀ ਸਾਡੀ ਮਾਂ ਹੈ, ਅੰਗਰੇਜ਼ੀ ਦੇ ਪ੍ਰਭਾਵ ਕਾਰਨ ਪੰਜਾਬੀ ਭਾਸ਼ਾ ਦਾ ਬੁਰਾ ਹਾਲ ਹੈ। ਨੈਕਸਟ ਹੈ, ਸਾਹਮਣੇ ਦਿੱਤੀ ਬ੍ਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਪਿੰਡ ਦੀ ਖੁੱਲ੍ਹੀ ਥਾਂ ਨੂੰ ਡੈਸ਼ ਆਖਦੇ ਹਨ, ਸੱਥ। ਕਈ ਪਿੰਡਾਂ ਵਿੱਚ ਡੈਸ਼ ਦੇ ਗੀਤ ਗੂੰਜਦੇ ਸਨ, ਹਲਟਾਂ ਦੇ। ਡੈਸ਼ ਕੱਪੜੇ ਰੱਖਣ ਦੇ ਕੰਮ ਆਉਂਦੇ ਹਨ, ਸੰਦੂਕ। ਮਾਈਆ, ਟੱਪੇ ਡੈਸ਼ ਅਖਵਾਉਂਦੇ ਹਨ, ਲੋਕ ਗੀਤ। ਡੈਸ਼ ਸਾਡੀ ਸ਼ਹਿਦ ਨਾਲੋਂ ਵੀ ਮਿੱਠੀ ਬੋਲੀ ਹੈ ਤਾਂ ਉਹ ਹੈ ਪੰਜਾਬੀ। ਹੇਠ ਲਿਖੀਆਂ ਕਾਵ ਸਤਰਾਂ ਨੂੰ ਪੂਰਾ ਕਰੋ। ਇਹ ਕਵਿਤਾ ਦੀਆਂ ਲਾਈਨਾਂ ਹੀ ਨੇ, ਅੱਧੀਆਂ ਲਿਖੀਆਂ ਹੋਈਆਂ ਨੇ, ਇਹਨਾਂ ਨੂੰ ਅਸੀਂ ਪੂਰਾ ਕਰਨਾ ਹੈ। ਵਿਰਸਾ ਅਮੀਰ ਸਾਡਾ, ਹੱਥੀਂ ਤੀਲੀ ਲਾਵੋ ਨਾ, ਸ਼ਹਿਦ ਨਾਲੋਂ ਮਿੱਠੀ ਬੋਲੀ ਇਹਨੂੰ ਭੁੱਲੀ ਜਾਵੋ ਨਾ, ਮਤਰੇਈ ਅੱਤ ਚੁੱਕੀ ਅੱਜ ਦੁਖੀ ਸਾਡੀ ਮਾਂ ਏ, ਦੱਸੀ ਬੀਬਾ ਕਿੱਥੇ ਸਾਡੀ ਸੱਥ ਵਾਲੀ ਥਾਂ ਏ। ਨੈਕਸਟ ਜੋ ਹੈ, ਸਹੀ ਪ੍ਰਸ਼ਨ ਦੇ ਅੱਗੇ ਸਹੀ ਦਾ ਨਿਸ਼ਾਨ ਲਾਉਣਾ ਹੈ। ਆਪਸ਼ਨਲ ਨੇ, MCQs ਨੇ। ਟੱਲੀਆਂ ਦੀ ਤਾਨ ਕਿਹਨਾਂ ਦੇ ਗਲਾਂ ਵਿੱਚੋਂ ਵੱਜਦੀ ਸੀ? ਤਾਂ ਬਲਦਾਂ ਦੇ। ਬੈਲ ਦੇ ਗਲੇ ਵਿੱਚ ਇੱਕ ਟੱਲੀ ਬੰਨੀ ਹੁੰਦੀ ਸੀ, ਘੰਟੀ। ਤੂਤਾਂ ਦੀ ਛਾਂ ਕਿਹੋ ਜਿਹੀ ਹੁੰਦੀ ਹੈ? ਸੰਘਣੀ, ਜਿਹਦੇ ਥੱਲੇ ਲੋਕ ਬੈਠ ਕੇ ਇਕੱਠੇ ਹੋ ਕੇ ਹਾਲ ਚਾਲ ਵੰਡਦੇ ਸੀ। ਹਲਟ ਕਿਸ ਨਾਲ ਸੰਬੰਧਿਤ ਹੁੰਦੇ ਹਨ?
ਹਲਟ ਕਿਸ ਨਾਲ ਸੰਬੰਧਿਤ ਹੁੰਦੇ ਹਨ? ਗੀਤਾਂ ਨਾਲ ਜਾਂ ਖੂਹ ਨਾਲ ਵੀ ਆ ਸਕਦਾ ਹੈ ਇਹਦਾ ਆਨਸਰ, ਕਿਉਂਕਿ ਖੂਹ ਦੇ ਉੱਪਰ ਹੀ ਬਣੇ ਹੁੰਦੇ ਨੇ ਹਲਟ। ਠੀਕ ਹੈ, ਗੀਤਾਂ ਦੀ ਆਵਾਜ਼ ਆਉਂਦੀ ਹੈ ਇਸ ਕਰਕੇ ਗੀਤਾਂ 'ਤੇ ਟਿਕ ਲਗਾਇਆ ਹੈ, ਤਾਂ ਖੂਹ ਵੀ ਤੁਸੀਂ ਠੀਕ ਕਰ ਸਕਦੇ ਹੋ। ਨੈਕਸਟ ਹੈ ਸਾਡਾ ਪੁਰਾਤਨ ਪੰਜਾਬੀ ਵਿਰਸਾ ਕਿਹੋ ਜਿਹਾ ਹੈ? ਤਾਂ ਉਹ ਹੈ ਅਮੀਰ। ਪੀੜ੍ਹੀਆਂ ਔਰਤਾਂ ਦੇ ਕਿਸ ਕੰਮ ਆਉਂਦੀਆਂ ਸੀ? ਬੈਠਣ ਦੇ। ਮਾਹੀਆ, ਬੋਲੀਆਂ, ਟੱਪੇ, ਸੁਹਾਗ ਸਾਡੇ ਕੀ ਸਦਾਉਂਦੇ ਹਨ? ਲੋਕ ਗੀਤ। ਪੰਜਾਬ ਦੀ ਮਾਤ ਭਾਸ਼ਾ ਕਿਹੜੀ ਹੈ? ਪੰਜਾਬੀ, ਜਿਹਨੂੰ ਮਾਂ ਬੋਲੀ ਵੀ ਕਹਿੰਦੇ ਹਨ। ਨੈਕਸਟ ਵਿਆਕਰਣ ਨਾਲ ਸੰਬੰਧਿਤ ਕੰਮ ਹੈ। ਹੇਠਾਂ ਦਿੱਤੇ ਵਿਰੋਧੀ ਸ਼ਬਦਾਂ ਦਾ ਆਪਸੀ ਮਿਲਾਨ ਕਰੋ। ਤਾਂ ਤੁਸੀਂ ਇਸ ਤਰੀਕੇ ਨਾਲ ਨੰਬਰਿੰਗ ਪਾ ਲੈਣੀ ਹੈ, ਇੱਧਰ ਡਾਇਰੈਕਟ ਕਾਊਂਟਿੰਗ ਔਰ ਇੱਧਰ ਮੈਚਿਟ ਵਾਲੀ। ਪਿੰਡ ਦਾ ਅਪੋਜ਼ਿਟ ਆਏਗਾ ਸ਼ਹਿਰ। ਰੰਗਦਾਰ ਦਾ ਸਫੈਦ। ਰੌਣਕਾਂ ਉਜਾੜ। ਵੱਡਿਆਂ ਛੋਟਿਆਂ। ਅਮੀਰ ਗਰੀਬ। ਮਿੱਠੀ ਕੌੜੀ। ਮਤਰੇਈ ਸਕੀ ਔਰ ਦੁਖੀ ਦਾ ਆਏਗਾ ਸੁਖੀ। ਠੀਕ ਹੈ, ਨੈਕਸਟ ਹੈ ਲਿੰਗ ਬਦਲੋ ਦਾ ਮਿਲਾਨ ਕਰਨਾ, ਇਹਦੇ ਇਹ ਵੀ ਮੈਚਿਟ ਹੈ। ਲਿੰਗ ਨਾਲ ਮੈਚ ਕਰਨਾ ਇਸ ਨੂੰ, ਪੁਲਿੰਗ ਨੂੰ ਇਸਤਰੀ ਲਿੰਗ ਨਾਲ। ਬਾਪੂ ਦਾ ਬੇਬੇ। ਸਾਂਢੂ ਦਾ ਸਾਲੀ। ਭਰਾ ਦਾ ਭੈਣ ਵੀ ਹੁੰਦਾ ਤੇ ਭਰਜਾਈ ਵੀ ਹੁੰਦਾ। ਠੀਕ ਹੈ, ਮਾਸੜ ਦਾ ਮਾਸੀ। ਫੁੱਫੜ ਦਾ ਭੂਆ। ਪਿਓ ਦਾ ਮਾਂ ਔਰ ਭਤੀਜਾ ਭਤੀਜੀ। ਠੀਕ ਹੈ, ਨੈਕਸਟ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣ ਕੇ ਭਰੋ। ਪਿੰਡ ਦੀ ਸਾਂਝੀ ਤੇ ਖੁੱਲੀ ਥਾਂ ਸੱਥ। ਘੋੜੀਆਂ ਸੁਹਾਗ। ਮਾਹੀਆ ਬੋਲੀਆਂ। ਟੱਪੇ ਦਾ ਸਾਂਝਾ ਨਾਮ ਲੋਕ ਗੀਤ। ਹਲ ਵਾਹੁਣ ਵਾਲੇ ਹਾਲੀ। ਜਿਹੜੀ ਬੋਲੀ ਆਪਣੀ ਮਾਂ ਤੋਂ ਸਿੱਖੀ ਜਾਵੇ ਮਾਂ ਬੋਲੀ। ਮੁੰਡੇ ਦੇ ਵਿਆਹ ਵਿੱਚ ਗਾਏ ਜਾਣ ਵਾਲੇ ਗੀਤ ਘੋੜੀਆਂ। ਕੁੜੀ ਵਾਲੇ ਮੈਂ ਤੁਹਾਨੂੰ ਦੱਸੇ ਸੀ ਸੁਹਾਗ, ਔਰ ਮੁੰਡੇ ਦੇ ਵਿਆਹ 'ਤੇ ਗਾਏ ਜਾਣ ਵਾਲੇ ਘੋੜੀਆਂ। ਨੈਕਸਟ ਹੈ ਸਮਾਨਾਰਥਕ ਸ਼ਬਦਾਂ ਅੱਗੇ ਗੋਲੇ ਦਾ ਨਿਸ਼ਾਨ ਲਗਾਓ। ਸਮਾਨ ਜਿਨ੍ਹਾਂ ਦਾ ਮੀਨਿੰਗ ਸੇਮ ਹੋਵੇ। ਟੱਲੀਆਂ ਨੂੰ ਅਸੀਂ ਹੋਰ ਕੀ ਕਹਿੰਦੇ ਹਾਂ? ਇਹਦੇ ਵਿੱਚੋਂ ਘੰਟੀਆਂ। ਹਾਲੀ ਕਿਸਾਨ। ਪਲੰਗ ਮੰਜੇ। ਰਾਗ ਸੰਗੀਤ। ਹੁਣ ਅਸੀਂ ਆ ਗਏ ਨੈਕਸਟ ਪੇਜ 'ਤੇ। ਇਹ ਤੁਹਾਡੇ ਪੜ੍ਹਨ ਲਈ ਹੈ, ਇੱਕ ਵਾਰੀ ਇਹਨੂੰ ਪੜ੍ਹ ਲੈਣਾ। ਇਹ ਵੀ ਜਾਣੋ ਸੋਚ ਸਮਝ ਦੀ ਗੱਲ। ਹੁਣ ਨੇ ਰਚਨਾਤਮਕ ਕਿਰਿਆਵਾਂ। ਪੁਰਾਣੇ ਸਮਿਆਂ ਦੀ ਅੱਜ ਦੇ ਸਮੇਂ ਨਾਲ ਤੁਲਨਾ ਕਰਦੇ ਹੋਏ ਕੋਈ 5 ਵਾਕ ਲਿਖਣੇ ਨੇ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਅਤੇ ਅੱਜ ਦੇ ਸਮੇਂ ਵਿੱਚ ਕੀ ਹੁੰਦਾ ਹੈ, ਕੀ ਫ਼ਰਕ ਹੈ? ਤਾਂ ਪਹਿਲਾਂ ਲਿਖਿਆ ਹੈ ਖੇਤੀ ਹਲ ਨਾਲ ਹੁੰਦੀ ਸੀ ਪਹਿਲਾਂ, ਹੁਣ ਟਰੈਕਟਰ ਨਾਲ ਹੁੰਦੀ ਹੈ। ਪਹਿਲਾਂ ਜ਼ਰੂਰੀ ਸਮਾਨ ਲਈ ਸੰਦੂਕ ਹੁੰਦਾ ਸੀ ਅਤੇ ਹੁਣ ਅਲਮਾਰੀਆਂ ਹੁੰਦੀਆਂ ਨੇ। ਵਿਆਹ ਤਿਉਹਾਰ 'ਤੇ ਲੋਕ ਗੀਤ ਸੀ ਅਤੇ ਹੁਣ ਫਿਲਮੀ ਗਾਣੇ ਹੁੰਦੇ ਹਨ। ਪਹਿਲਾਂ ਮਾਂ ਬੋਲੀ ਪ੍ਰਧਾਨ ਸੀ, ਹੁਣ ਅੰਗਰੇਜ਼ੀ ਪ੍ਰਧਾਨ ਹੈ। ਪਹਿਲਾਂ ਪਾਣੀ ਲਈ ਖੂਹ ਹੁੰਦੇ ਸੀ ਅਤੇ ਹੁਣ ਮੋਟਰਾਂ ਸਮਰਸੀਬਲ ਹਨ। ਸਭ ਤੋਂ ਨੀਚੇ ਜੋ ਹੈ ਇਹ ਹੋਮਵਰਕ ਲਿਖ ਲਓ। ਇਹਦੇ ਉੱਪਰ ਤੀਲਾਂ ਦੀ ਡੱਬੀ ਲਓ, ਉਹਨਾਂ ਨੂੰ ਵੱਖ-ਵੱਖ ਡਿਜ਼ਾਈਨਾਂ ਵਿੱਚ ਜੋੜ ਕੇ ਸੁੰਦਰ ਆਕਾਰ ਦੀਆਂ ਚੀਜ਼ਾਂ ਬਣਾਓ। ਇਹ ਤੁਸੀਂ ਕਾਪੀ ਦੇ ਉੱਪਰ ਹੀ ਕਰਨੀ ਹੈ ਐਕਟੀਵਿਟੀ। ਤੀਲੀਆਂ ਜੋ ਮਾਚਿਸ ਦੀ ਤੀਲੀ ਹੁੰਦੀ ਹੈ ਉਹਨਾਂ ਨਾਲ ਆ ਦੇਖੋ ਨੀਚੇ ਬਣੀਆਂ ਹੋਈਆਂ, ਇਸ ਟਾਈਪ ਦੀ ਤੁਸੀਂ ਕੋਈ ਵੀ ਜੋ ਹੈ ਆਕ੍ਰਿਤੀ ਤਿਆਰ ਕਰ ਸਕਦੇ ਹੋ। ਕੋਈ ਵੀ ਸੁੰਦਰ ਜੋ ਡਿਜ਼ਾਈਨ ਹੈ ਉਹ ਬਣਾ ਸਕਦੇ ਹੋ ਆਪਣੀ ਕਾਪੀ ਦੇ ਉੱਪਰ, ਬਟ ਹੋਣਾ ਤੀਲੀਆਂ ਨਾਲ ਹੀ ਚਾਹੀਦਾ ਹੈ। ਤੀਲੀਆਂ ਨੂੰ ਅੱਗੋਂ ਚਾਹੇ ਤੋੜੋ, ਚਾਹੇ ਛੋਟਾ ਕਰੋ, ਵੱਡਾ ਕਰੋ, ਜਿਵੇਂ ਮਰਜ਼ੀ ਬਣਾਓ। ਤੁਸੀਂ ਇਹ ਐਕਟੀਵਿਟੀ ਜੋ ਹੈ ਕਾਪੀ ਦੇ ਉੱਪਰ ਕਰਨੀ ਹੈ। ਅੱਜ ਦਾ ਤੁਹਾਡਾ ਇਹ ਹੋਮਵਰਕ ਹੈ। ਬੁੱਕ ਪਾਰਟ ਕੰਪਲੀਟ ਕਰੋਗੇ, ਕਵਿਤਾ ਨੂੰ ਇੱਕ ਵਾਰੀ ਸਮਝੋਗੇ ਅਤੇ ਆਹ ਤੀਲੀਆਂ ਵਾਲੀ ਐਕਟੀਵਿਟੀ ਕਰੋਗੇ। ਧੰਨਵਾਦ।